शास्त्र बहु सिमरती, ਵੇਖੇ ਸਰਬ ਢੰਡੋਲ। ਨਾਹੀ ਹਰ ਹਰੇ, ਨਾਨਕ ਨਾਮ ਅਮੂਲ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਅਬ ਸਾਥ। ਤੁਕਉ ਹੋਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਪੂਰੇ ਅਰਸੋਂ ਕੁਰਸੋਂ ਝਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 10 ਬੈਰਾਗਨ ਮੋਹਿ ਬਸ ਕੀਨੀ, ਪੰਚੋ ਕਾ ਮਿਟਨਾਵੋ। ਸਤਰ ਦੋਏ ਭਰੇ ਅੰਮ੍ਰਿਤਸਰ, ਵੇਖ ਕੋ ਮਾਰ ਕੜਾਵੋ। ਪਾਸੇ ਬਹੁਰ ਨ ਆਵਨ ਪਾਵੋ, ਅੰਮ੍ਰਿਤ ਬਾਣੀ ਘਟ ਤੇ ਉਚਰੋ। ਆਤਮ ਕੋ ਸਮਝਾਵੋ ਰਹਾਓ। 10 ਬੈਰਾਗਨ ਮੋਹਿ ਬਸ ਕੀਨੀ, ਪੰਚੋ ਕਾ ਮਿਟਨਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰੂ ਕੀ ਬਾਣੀ ਦੇ ਕੀਰਤਨ, ਨਿਤਨੇਮ ਅੰਮ੍ਰਿਤ ਵੇਲੇ ਤੋਂ ਸਰਵਨ ਕਰਕੇ ਔਖਾ ਜਨਮ ਦਾ ਜੋ ਮਿਲਿਆ ਹੋਇਆ ਇਹ ਸਮਾਂ ਹੈ, ਗੁਰੂ ਕਿਰਪਾ ਨਾਲ ਇਸ ਸਮੇਂ ਨੂੰ ਆਪ ਸੰਗਤਾਂ ਨੇ ਸਫਲਾ ਬਣਾਇਆ। ਮਹਾਰਾਜ ਜੀਆਂ ਦਾ ਬਚਨ ਹੈ, ਸਾਸ ਸਾਸ ਸਿਮਰੋ ਗੋਬਿੰਦ। ਹਰੇਕ ਸਾਹ ਦੇ ਨਾਲ, ਹਰੇਕ ਸਵਾਸ ਦੇ ਨਾਲ ਤੇਰੇ ਅੰਦਰੋਂ ਸਿਮਰਨ ਨਿਕਲੇ, ਤੇਰੀ ਜ਼ੁਬਾਨ ਸਿਮਰਨ ਨੂੰ ਕਰੇ, ਤੇਰੇ ਹਿਰਦੇ ਵਿੱਚ ਉਹ ਸਿਮਰਨ ਚੱਲੇ। ਇਹ ਪਾਤਸ਼ਾਹ ਦੇ ਮਹਾਂਵਾਕ ਨੇ। ਜੇ ਅਸੀਂ ਸਵਾਸ ਸਵਾਸ ਨਹੀਂ ਜਪ ਪਾ ਰਹੇ, ਪਰ ਸਾਡੀ ਜ਼ਿੰਦਗੀ ਵਿੱਚ ਕੁਝ ਸਮਾਂ ਤਾਂ ਐਸਾ ਹੈ ਜਿਹੜਾ ਅਸੀਂ ਸੰਗਤ ਵਿੱਚ ਬੈਠ ਕੇ ਲੇਖੇ ਲਾ ਲੈਂਦੇ, ਸਫਲਾ ਕਰ ਲੈਂਦੇ। ਗੁਰੂ ਪਾਤਸ਼ਾਹ ਕਿਰਪਾ ਕਰ ਰਹੇ ਨੇ, ਵੱਡਿਆਂ ਭਾਗਾਂ ਦੇ ਨਾਲ ਇਹ ਗੁਰਬਾਣੀ ਜਿਹੜੀ ਹੈ ਇਹ ਸਾਨੂੰ ਪ੍ਰਾਪਤ ਹੋ ਰਹੀ ਹੈ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 10 ਬੈਰਾਗਨ ਮੋਹਿ ਬਸ ਕੀਨੀ, ਪੰਚੋ ਕਾ ਮਿਟਨਾਵੋ। ਭਗਤ ਨਾਮਦੇਵ ਜੀਆਂ ਦਾ ਇਹ ਜੋ ਸ਼ਬਦ ਹੈ, ਆਪਾਂ 693 ਅੰਗ ਦੇ ਉੱਪਰ ਸਰਵਨ ਕਰ ਰਹੇ ਹਾਂ।
ਭਗਤ ਜੀ ਨੂੰ ਕੁਝ ਪ੍ਰੇਮੀਆਂ ਨੇ ਆ ਕੇ ਸਵਾਲ ਕੀਤਾ। ਕਹਿਣ ਲੱਗੇ, ਤੁਸੀਂ ਆਪਣੇ ਮਨ ਨੂੰ ਵਸ ਕਿਵੇਂ ਕੀਤਾ ਹੈ ਔਰ ਅਸੀਂ ਆਪਣੇ ਮਨ ਨੂੰ ਕਿਵੇਂ ਵਸ ਕਰੀਏ? ਇਹ ਕਿਰਪਾ ਕਰਕੇ ਆਪ ਜੀ ਸਾਨੂੰ ਸੋਝੀ ਪਾਓ। ਉਸ ਵੇਲੇ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ, 10 ਬੈਰਾਗਨ ਮੋਹੇ ਬਸ ਕੀਨੀ। ਬੈਰਾਗਣ ਤੋਂ ਭਾਵ ਗੁਰਮੁਖੋ ਇਹ ਜਿਹੜੀਆਂ 10 ਇੰਦਰੀਆਂ ਨੇ ਨਾ, 5 ਕਰਮ ਇੰਦਰੀਆਂ ਤੇ 5 ਗਿਆਨ ਇੰਦਰੀਆਂ, ਇਹ ਮੈਂ ਆਪਣੇ ਵਸ ਵਿੱਚ ਕੀਤੀਆਂ, ਆਪਣੇ ਕਹਿਣੇ ਵਿੱਚ ਕੀਤੀਆਂ। ਇਹਨਾਂ ਨੂੰ ਵਸ ਕਰਨ ਵਿੱਚ ਮੈਨੂੰ ਇਹ ਜਿਹੜਾ ਹੈ ਨਾ, ਆਤਮਾ ਨੂੰ, ਮਨ ਨੂੰ ਕਿਵੇਂ ਵਸ ਕਰਨਾ ਹੈ, ਮਨ ਵਸ ਕਰਨ ਤੋਂ ਪਹਿਲਾਂ ਮੈਂ ਇੰਦਰੀਆਂ ਵਸ ਕੀਤੀਆਂ। ਕਰਮ ਇੰਦਰੀਆਂ ਉਹ ਹੁੰਦੀਆਂ ਨੇ ਜਿਹਦੇ ਨਾਲ ਆਪਾਂ ਕਰਮ ਕਰਦੇ ਹਾਂ। ਗਿਆਨ ਇੰਦਰੀਆਂ ਉਹ ਨੇ ਜਿਹੜੀਆਂ ਸਾਨੂੰ ਗਿਆਨ ਦਿੰਦੀਆਂ। ਜਿਵੇਂ ਸਾਡੇ ਸਰੀਰ ਦੀ ਚਮੜੀ ਹੈ ਨਾ, ਇਹ ਦੱਸੇਗੀ ਪਦਾਰਥ ਤੱਤਾ ਹੈ ਕਿ ਠੰਡਾ ਹੈ, ਗਿਆਨ ਦਿੰਦੀ। ਅਸੀਂ ਆਪਣੇ ਹੱਥ ਦੇ ਉੱਪਰ ਰੱਖ ਕੇ, ਬਾਂਹ ਦੇ ਉੱਪਰ ਰੱਖ ਕੇ ਤੱਤੇ ਅਤੇ ਠੰਡੇ ਦਾ ਗਿਆਨ ਲੈ ਸਕਦੇ ਹਾਂ। ਇਹ ਗਿਆਨ ਦੇ ਰਹੀ ਹੈ ਸਾਡੀ ਚਮੜੀ ਸਾਨੂੰ। ਪਦਾਰਥ ਮਿੱਠਾ ਹੈ, ਕੌੜਾ ਹੈ, ਸਵਾਦ ਵਾਲਾ ਹੈ, ਉਹ ਸਾਡੀ ਜ਼ੁਬਾਨ ਸਾਨੂੰ ਦੱਸੇਗੀ। ਪਦਾਰਥ ਨੂੰ ਜਦੋਂ ਅਸੀਂ ਜ਼ੁਬਾਨ 'ਤੇ ਰੱਖਾਂਗੇ ਨਾ, ਜ਼ੁਬਾਨ ਦੱਸੇਗੀ ਵੀ ਇਹ ਕਿੰਨਾ ਕੁ ਸਵਾਦ ਹੈ, ਕਿੰਨਾ ਕੁ ਖਰਾਬ ਹੈ, ਕਿੰਨਾ ਕੁ ਮਿੱਠਾ, ਕਿੰਨਾ ਕੁ ਕੌੜਾ ਹੈ। ਇਹ ਸਾਡਾ ਦੂਜਾ ਇੰਦਰਾ ਹੈ, ਗਿਆਨ ਦੇਣ ਵਾਲਾ, ਜਿਹਦੇ ਤੋਂ ਸਾਨੂੰ ਗਿਆਨ ਪ੍ਰਾਪਤ ਹੁੰਦਾ। ਕਿਸੇ ਥਾਂ ਤੋਂ ਬਦਬੂ ਆ ਰਹੀ ਹੈ ਕਿ ਖੁਸ਼ਬੂ ਆ ਰਹੀ ਹੈ, ਇਹ ਸਾਡੇ ਕੋਲ ਗਿਆਨ ਇੰਦਰਾ, ਸਾਡਾ ਨੱਕ ਹੈ। ਕਿਹੜੇ ਫੁੱਲ ਵਿੱਚੋਂ ਕਿੰਨੀ ਸੁਗੰਧੀ ਆ ਰਹੀ ਹੈ, ਕਿਸ ਥਾਂ ਤੋਂ ਕਿੰਨੀ ਗੰਦਗੀ ਆ ਰਹੀ ਹੈ, ਇਹ ਸਾਨੂੰ ਗਿਆਨ ਦੇਣਾ ਸਾਡੇ ਨੱਕ ਨੇ। ਇਸ ਨੂੰ ਵੀ ਗਿਆਨ ਇੰਦਰਾ ਮੰਨਿਆ ਜਾਂਦਾ। ਇਹ ਗਿਆਨ ਇੰਦਰੇ ਨੇ ਜਿਹੜੇ ਸਾਨੂੰ ਗਿਆਨ ਦਿੰਦੇ। ਭਗਤ ਕਬੀਰ ਜੀ ਕਹਿਣ ਲੱਗੇ ਵੀ ਇਹ ਗਿਆਨ ਇੰਦਰੇ ਅਸੀਂ ਵਸ ਕੀਤੇ ਹੋਏ ਨੇ। ਕੰਨਾਂ ਦੇ ਵਿੱਚ ਅਸੀਂ ਬਚਨ ਸੁਣਦੇ ਪਏ ਹਾਂ, ਬਚਨ ਚੰਗਾ ਹੈ ਕਿ ਮਾੜਾ ਹੈ, ਭਲਾ ਹੈ ਕਿ ਬੁਰਾ ਹੈ, ਉਹ ਕੰਨ ਸਾਨੂੰ ਸਮਝ ਦਿੰਦੇ ਪਏ ਨੇ। ਇਹ ਗਿਆਨ ਇੰਦਰਾ ਹੈ। ਭਗਤ ਜੀ ਕਹਿਣ ਲੱਗੇ, ਗੁਰਮੁਖੋ ਇਸੇ ਤਰ੍ਹਾਂ ਅਸੀਂ ਇਹਨਾਂ ਅੱਖਾਂ ਦੇ ਨਾਲ ਜਾਂ ਹੱਥਾਂ ਦੇ ਨਾਲ ਕਰਮ ਕਰਦੇ ਹਾਂ। ਇਹ ਅੱਖਾਂ ਸਾਨੂੰ ਦੱਸਦੀਆਂ ਨੇ ਭਲਾ ਕਰਮ ਔਰ ਬੁਰਾ ਕਰਮ। ਇਹ ਗਿਆਨ ਇੰਦਰੇ ਨੇ, ਇਹ ਅਸੀਂ ਵਸ ਕੀਤੇ ਹੋਏ ਨੇ। ਅੱਖਾਂ ਵੀ ਜਿੱਧਰ ਨੂੰ ਵੇਖਣਾ ਚਾਹੀਏ, ਗੁਰੂ ਨੂੰ ਵੇਖਣਾ ਚਾਹੀਏ, ਤੇ ਕੇਵਲ ਗੁਰੂ ਨੂੰ ਹੀ ਵੇਖਦੀਆਂ। ਅੱਖਾਂ ਵਿੱਚ ਮੰਦ ਵਿਕਾਰ ਨਹੀਂ ਆਉਂਦਾ। ਕੰਨਾਂ ਨਾਲ ਕੇਵਲ ਗੁਰੂ ਦੀ ਬਾਣੀ ਸੁਣਨਾ ਚਾਹੀਏ, ਤੇ ਕੇਵਲ ਗੁਰੂ ਦੀ ਬਾਣੀ ਸੁਣਾਈ ਦੇਵੇਗੀ, ਇਹਦੇ ਵਿੱਚ ਹੋਰ ਕੋਈ ਬਚਨ ਸੁਣਾਈ ਨਹੀਂ ਦੇਵੇਗਾ। ਇਸੇ ਤਰ੍ਹਾਂ ਗੁਰਮੁਖੋ ਇਹ 5 ਨੇ ਗਿਆਨ ਇੰਦਰੇ, ਜਿੱਥੋਂ ਗਿਆਨ ਮਿਲੇ। ਇਹਦੇ ਨਾਲ ਹੀ ਮਹਾਰਾਜ ਜੀਆਂ ਨੇ 5 ਜਿਹੜੇ ਨੇ ਕਰਮ ਇੰਦਰੇ ਬਖਸ਼ਿਸ਼ ਕੀਤੇ, ਜਿਹਦੇ ਨਾਲ ਅਸੀਂ ਕਰਮ ਕਰਦੇ। ਜਿਵੇਂ ਸਾਡੇ ਹੱਥ ਨੇ, ਹੱਥਾਂ ਦੇ ਨਾਲ ਅਸੀਂ ਚੋਰੀ ਕਰਕੇ ਲਿਆ ਸਕਦੇ, ਹੱਥਾਂ ਦੇ ਨਾਲ ਅਸੀਂ ਸੇਵਾ ਵੀ ਕਰ ਸਕਦੇ। ਇਹ ਕਰਮ ਕਰਦੇ ਪਏ ਸਾਡੇ ਹੱਥ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਇਹ ਹੱਥ ਰੂਪੀ ਜਿਹੜਾ ਸਾਡਾ ਇੰਦਰਾ ਹੈ, ਇਹ ਵੀ ਮੇਰੇ ਵਸੀਕਾਰ ਹੈ। ਮੇਰੇ ਹੱਥ ਮੇਰੇ ਹੁਕਮ ਤੋਂ ਬਾਹਰੀ ਜਾ ਕੇ ਕੁਝ ਨਹੀਂ ਕਰਦਾ। ਇਹਦੇ ਨਾਲ ਮੈਂ ਕਰਮ ਕਰਦਾ ਪਿਆ। ਇਹ ਸਾਡੀ ਜ਼ੁਬਾਨ ਵੀ ਗੁਰਮੁਖੋ ਕਰਮ ਇੰਦਰਾ। ਇਹਦੇ ਨਾਲ ਨਿੰਦਿਆ ਕਰ ਲਵੋ, ਚੁਗਲੀ ਕਰ ਲਵੋ, ਕਿਸੇ ਦਾ ਕੰਮ ਵਿਗਾੜ ਦੇਵੋ, ਜਾਂ ਇਸ ਜ਼ੁਬਾਨ ਦੇ ਨਾਲ ਨਾਮ ਜਪ ਲਵੋ, ਬਾਣੀ ਪੜ੍ਹ ਲਵੋ, ਇਹ ਜ਼ੁਬਾਨ ਕਰਮ ਇੰਦਰਾ ਕਰਮ ਕਰਦੀ ਪਈ ਹੈ। ਤੇ ਉਹ ਕਰਮ ਦਾ ਫਲ ਕਈ ਵਾਰ ਬੜਾ ਵੱਡਾ ਹੋ ਜਾਂਦਾ, ਭੋਗਣਾ ਪੈਂਦਾ। ਜ਼ੁਬਾਨ ਵੀ ਕਰਮ ਕਰਦੀ ਹੈ। ਇਤਿਹਾਸ ਵਿੱਚ ਬਚਨ ਆਉਂਦਾ ਨਾ, ਇਹ ਦ੍ਰੋਪਦੀ ਨੇ ਆਖਿਆ ਦੁਰਯੋਧਨ ਨੂੰ, ਤੇਰਾ ਬਾਪ ਵੀ ਅੰਨਾ ਤੇ ਤੂੰ ਵੀ ਅੰਨਾ। ਆਖਿਆ ਕਿਹਨੇ? ਜ਼ੁਬਾਨ ਨੇ। ਜ਼ੁਬਾਨ ਨੇ ਕੀਤਾ ਨਾ ਕਰਮ। ਇਹ ਜਿਹੜਾ, ਜੇ ਜ਼ੁਬਾਨ ਨਾ ਬੋਲਦੀ ਤੇ ਕਰਮ ਨਾ ਹੁੰਦਾ। ਉਹ ਇਹੋ ਜਿਹਾ ਕਰਮ ਮੂੰਹੋਂ ਬੋਲਿਆ, ਇਹੋ ਜਿਹੀ ਜ਼ੁਬਾਨ ਨੇ ਕਰਮ ਕੀਤਾ
ਸਾਰੇ ਪਰਿਵਾਰ ਨੂੰ ਪਰੇਸ਼ਾਨੀ ਪਈ ਹੈ, ਸਾਰਾ ਪਰਿਵਾਰ ਬਿਪਤਾ ਵਿੱਚ ਪਿਆ, ਰਾਜ ਭਾਗ ਗਿਆ, ਮਹਾਭਾਰਤ ਦਾ ਜੰਗ ਹੋ ਗਿਆ। ਇਹ ਜ਼ੁਬਾਨ ਕਰਮ ਇੰਦਰਾ ਹੈ, ਇਹਦੇ ਨਾਲ ਅਸੀਂ ਕਰਮ ਕਰਦੇ ਹਾਂ। ਮਾੜਾ ਬਚਨ ਬੋਲ ਕੇ ਕਿਸੇ ਨੂੰ ਦੁੱਖ ਵੀ ਦੇ ਸਕਦੇ ਹਾਂ, ਬਦ ਸੀਸ ਲੈ ਵੀ ਸਕਦੇ ਹਾਂ, ਚੰਗਾ ਬਚਨ ਬੋਲ ਕੇ ਅਸੀਸ ਵੀ ਲੈ ਸਕਦੇ, ਭਲਾ ਵੀ ਕਰ ਸਕਦੇ। ਇਹ ਸਾਡਾ ਕਰਮ ਇੰਦਰਾ ਹੈ, ਇਹਦੇ ਨਾਲ ਅਸੀਂ ਕਰਮ ਕਰਦੇ। ਕੰਨ ਵੀ ਸਾਡੇ ਕਰਮ ਇੰਦਰੇ ਨੇ, ਚੰਗਾ ਸੁਣ ਲਈਏ, ਮਾੜਾ ਸੁਣ ਲਈਏ। ਇਹ ਜਿਹੜੇ 5 ਗਿਆਨ ਇੰਦਰੇ ਨੇ ਤੇ 5 ਕਰਮ ਇੰਦਰੇ ਨੇ, ਇਹਨਾਂ ਦੀ ਗਿਣਤੀ 10 ਹੋ ਜਾਂਦੀ ਹੈ, ਸਾਡੇ ਸਰੀਰ ਦੀਆਂ ਇੰਦਰੀਆਂ ਨੇ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ 10 ਬੈਰਾਗਨ ਮੋਹੇ ਬਸ ਕੀਨੀ। ਇਹ 10 ਜਿਹੜੀਆਂ ਗਿਆਨ ਇੰਦਰੀਆਂ ਜਾਂ ਕਰਮ ਇੰਦਰੀਆਂ ਨੇ, ਮੈਂ ਵਸ ਕੀਤੀਆਂ ਹੋਈਆਂ। ਤੇ ਇਹਦੇ ਤੋਂ ਅੱਗੇ ਕਹਿਣ ਲੱਗੇ ਕਿ ਪੰਚੋ ਕਾ ਮਿਟ ਨਾਵੋ। ਅੱਗੇ ਜਿਹੜੇ 5 ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹਨਾਂ 5 ਵਿਕਾਰਾਂ ਦਾ ਵੀ ਮੈਂ ਨਾਮੋ ਨਿਸ਼ਾਨ ਮਿਟਾ ਦਿੱਤਾ। ਮੇਰੇ ਮਨ ਵਿੱਚ ਇਹ ਗੱਲ ਰਹਿ ਹੀ ਨਹੀਂ ਗਈ ਵੀ ਕਾਮ ਕੀ ਹੁੰਦਾ, ਕ੍ਰੋਧ ਕੀ ਹੁੰਦਾ, ਲੋਭ ਕੀ ਹੁੰਦਾ। ਇਹ ਮਿਟਾ ਦਿੱਤੀਆਂ ਸਾਰੀਆਂ ਚੀਜ਼ਾਂ। ਪੁੱਛਿਆ ਨਾ ਕਿਸੇ ਪ੍ਰੇਮੀ ਨੇ ਆ ਕੇ ਵੀ ਤੁਹਾਡਾ ਮਨ ਕਿਵੇਂ ਟਿਕਿਆ, ਉਹ ਕਹਿਣ ਲੱਗੇ ਮਨ ਟਿਕਾਉਣ ਤੋਂ ਪਹਿਲਾਂ ਇੰਦਰੀਆਂ ਟਿਕਾ। ਜਦੋਂ ਇੰਦਰੀਆਂ ਟਿਕ ਜਾਣਗੀਆਂ, ਮਨ ਵੀ ਟਿਕੇਗਾ। ਪਰ ਜਿੰਨਾ ਚਿਰ ਇੰਦਰੀਆਂ ਹੀ ਨਹੀਂ ਤੇਰੇ ਕਹਿਣੇ ਵਿੱਚ ਆਈਆਂ, ਮਨ ਕਿਵੇਂ ਟਿਕਾਵੇਂਗਾ। ਕਹਿਣ ਲੱਗੇ ਇਹ 5 ਜਿਹੜੇ ਵਿਕਾਰ ਨੇ, ਇਹਨਾਂ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ। ਪੰਚੋ ਕਾ ਮਿਟ ਨਾਵੋ, 5 ਦਾ ਨਾਮੋ ਨਿਸ਼ਾਨ ਖਤਮ ਹੋ ਗਿਆ। ਨਹੀਂ ਯਾਦ ਰਿਹਾ ਵੀ ਇਹ ਵਿਕਾਰ ਕੌਣ ਨੇ ਤੇ ਕੀ ਕਰ ਸਕਦੇ ਹਨ। 70 ਦੋਏ ਭਰੇ ਅੰਮ੍ਰਿਤਸਰ ਕੋ ਮਾਰ ਕਢਾਵੋ। ਸੋ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ 70 ਦੋਏ, 70 ਤੇ 2 72। ਇਹ ਸਾਡੇ ਮਨ ਦੀਆਂ ਕੋਠੀਆਂ ਨੇ, ਮਨ ਦੀਆਂ ਕੋਠੀਆਂ ਦੀ ਗਿਣਤੀ ਹੈ। ਇਹ ਜਿਹੜੀਆਂ ਮਨ ਦੀਆਂ 72 ਕੋਠੀਆਂ ਨੇ, ਇਹ ਭਰੀਆਂ ਹੋਈਆਂ ਨੇ ਨਾਮ ਰੂਪੀ ਅੰਮ੍ਰਿਤ ਦੇ ਨਾਲ। ਜਿਵੇਂ ਸਰੋਵਰ ਪਾਣੀ ਨਾਲ ਭਰਿਆ ਨਾ, ਇਸੇ ਤਰ੍ਹਾਂ ਕਹਿਣ ਲੱਗੇ 72 ਕੋਠੀਆਂ ਵਾਲਾ ਜਿਹੜਾ ਸਾਡਾ ਮਨ ਹੈ, ਇਹ ਮੈਂ ਨਾਮ ਅੰਮ੍ਰਿਤ ਦੇ ਨਾਲ ਭਰਿਆ। 70 ਦੋਏ ਭਰੇ ਅੰਮ੍ਰਿਤ ਸਰ, 70 ਤੇ 2 72। ਇਹ 72 ਜਿਹੜੀਆਂ ਕੋਠੀਆਂ ਨੇ, ਇਹ ਅੰਮ੍ਰਿਤ ਦੇ ਨਾਲ, ਨਾਮ ਦੇ ਨਾਲ ਭਰੀਆਂ ਹੋਈਆਂ। ਤੇ ਵਿਖ ਕੋ ਮਾਰ ਕਢਾਵੋ। ਜਿਹੜੀ ਮਨ ਵਿੱਚ ਜ਼ਹਿਰ ਪੈਦਾ ਹੋ ਗਈ ਸੀ ਨਾ ਵਿਕਾਰਾਂ ਦੀ, ਕਿਸੇ ਦੀ ਨਿੰਦਿਆ ਦੀ, ਕਿਸੇ ਦਾ ਬੁਰਾ ਸੋਚਣ ਦੀ, ਉਹ ਸਾਰੀ ਜ਼ਹਿਰ ਵੀ ਬਾਹਰ ਕੱਢ ਦਿੱਤੀ ਹੈ, ਪਰੇ ਸੁੱਟ ਦਿੱਤੀ ਹੈ। ਮਨ ਦੇ ਵਿੱਚ ਵਿਕਾਰ ਨਹੀਂ ਰਹਿ ਗਿਆ। ਪਰ ਕਾ ਬੁਰਾ ਨਾ ਰਾਖੋ ਚੀਤ। ਇਹ ਵਿਖ ਹੈ, ਇਹ ਜ਼ਹਿਰ ਹੈ, ਪਰਾਏ ਦਾ ਬੁਰਾ ਸੋਚਣਾ। ਇਹ ਮਾਰ ਕੇ ਪਰੇ ਕੱਢ ਦਿੱਤਾ ਹੈ। ਕਿਸੇ ਦੀ ਨਿੰਦਿਆ ਕਰਕੇ ਕੰਮ ਵਿਗਾੜਨਾ, ਕਿਸੇ ਦਾ ਚੁਗਲੀ ਕਰਕੇ ਕੰਮ ਵਿਗਾੜ ਦੇਣਾ, ਇਹ ਜਿਹੜੇ ਜ਼ਹਿਰ ਸਨ, ਇਹ ਸਾਰੇ ਮਾਰ ਕੇ ਪਰੇ ਕੱਢ ਦਿੱਤੇ, ਪਰੇ ਦੂਰ ਕਰ ਦਿੱਤੇ। ਇਹ ਰਹਿ ਨਹੀਂ ਗਏ। ਨਾਮਦੇਵ ਜੀ ਮਨ ਕਿਵੇਂ ਟਿਕਿਆ ਹੈ? ਮਨ ਨੂੰ ਟਿਕਣ ਤੋਂ ਪਹਿਲਾਂ ਦੱਸਦੇ ਪਏ ਵੀ ਮੈਂ ਕੀਤਾ ਕੀ ਹੈ। ਮਨ ਦੀਆਂ ਕੋਠੀਆਂ ਅੰਮ੍ਰਿਤ ਨਾਮ ਦੇ ਨਾਲ ਭਰ ਦਿੱਤੀਆਂ ਅਤੇ ਇਸੇ ਤਰ੍ਹਾਂ ਵਿਕਾਰਾਂ ਦੀ ਜ਼ਹਿਰ ਨੂੰ ਮਾਰ ਕੇ ਪਰੇ ਕੱਢ ਦਿੱਤਾ ਹੈ, ਦੂਰ ਕਰ ਦਿੱਤਾ ਹੈ। ਪਾਛੇ ਬਹੁਰ ਨਾ ਆਵਨ ਪਾਵੋ। ਗੁਰਮੁਖੋ, ਜਦੋਂ ਗੁਰੂ ਦਾ ਉਪਦੇਸ਼ ਸੁਣੋਗੇ ਨਾ, ਜਾਂ ਰਾਮ ਦੇ ਨਾਮ ਨੂੰ ਜਪੋਗੇ, ਵਾਹਿਗੁਰੂ ਵਾਹਿਗੁਰੂ ਕਰੋਗੇ, ਇਹ ਪਾਛੈ ਤੋਂ ਭਾਵ ਹੁੰਦਾ ਜਿਹੜੇ ਪਿਛਲੇ ਜਨਮ ਨੇ, ਉਹਨਾਂ ਦਾ ਸਾਰਾ ਲੇਖਾ ਜੋਖਾ ਖਤਮ ਹੋ ਜਾਏਗਾ। ਇਹ ਤੂੰ ਕਿਤੇ ਮਤਾ ਸੋਚ ਲਈ ਵੀ ਜਿਹੜੇ ਪਿੱਛੇ ਮੈਂ ਜਨਮ ਲਏ ਨੇ, ਮਨੁੱਖਾ ਜਨਮ ਦੇ ਵਿੱਚ ਕਰਮ ਭੋਗਿਆ ਗਿਆ, ਖਤਮ ਹੋ ਗਿਆ। ਖਤਮ ਨਹੀਂ ਹੋਏ। ਕੁਝ ਕਰਮ ਭੋਗੇਗਾ, ਕੁਝ ਕਰਮ ਹਾਲੇ ਅੱਗੇ ਬਣੇ ਰਹਿਣੇ, ਜਿਹੜੇ ਅੱਗੇ ਜਾ ਕੇ ਭੋਗਣੇ ਪੈਣੇ। ਜਨਮ ਐਵੇਂ ਨਹੀਂ ਖਤਮ ਹੋ ਜਾਂਦਾ। ਕਰਮ ਕੀਤਾ ਇੱਕੇ ਜਨਮ ਦੇ ਵਿੱਚ ਨਹੀਂ ਭੋਗਿਆ ਜਾਂਦਾ। ਭਗਵਾਨ ਕ੍ਰਿਸ਼ਨ ਜੀਆਂ ਨੂੰ ਪੁੱਛਿਆ ਸੀ ਨਾ ਰਾਜੇ ਧ੍ਰਿਤਰਾਸ਼ਟਰ ਨੇ ਵੀ ਮੈਂ ਅੰਨਾ ਕਿਉਂ ਹੋ ਗਿਆ। ਉਹ ਕਹਿਣ ਲੱਗੇ 100 ਜਨਮ ਤੋਂ ਵੀ ਪਿੱਛੇ ਜਾਵੇਂਗਾ ਤੇ ਤੇਰਾ ਕਰਮ ਇੱਕ ਤੂੰ ਕੀਤਾ ਹੋਇਆ, ਕਿਸੇ ਟਿੱਡੇ ਦੀਆਂ ਤੂੰ ਅੱਖਾਂ ਅੰਨੀਆਂ ਕੀਤੀਆਂ, ਉਹਦਾ ਫਲ ਤੈਨੂੰ ਮਿਲਿਆ।
ਰਾਜੇ ਦਾ ਦੂਜਾ ਸਵਾਲ ਸੀ ਵੀ ਜੇ ਮੈਂ ਇਹ ਕਰਮ ਕੀਤਾ ਤੇ ਫਿਰ ਮੈਨੂੰ ਉਦੋਂ ਪਹਿਲਾਂ ਹੀ ਭੁਗਤਾ ਦਿੰਦੇ, ਮੈਂ ਭੋਗ ਲੈਂਦਾ, ਰਾਜਾ ਬਣ ਕੇ ਤੇ ਅੱਖਾਂ ਵਾਲਾ ਹੁੰਦਾ। ਕਹਿਣ ਲੱਗੇ ਨਹੀਂ ਰਾਜਨ, ਕਰਮ ਇੰਨੀ ਛੇਤੀ ਨਹੀਂ ਮੁੱਕਦੇ, ਇੰਨੀ ਛੇਤੀ ਨਹੀਂ ਨਿਬੇੜਾ ਹੁੰਦਾ। ਤੇਰੇ ਚੰਗੇ ਕਰਮ ਕਈ ਸਨ, ਪਹਿਲਾਂ ਤੂੰ ਉਹ ਭੋਗੇ ਨੇ, ਹੁਣ ਚੰਗਿਆਂ ਦੇ ਨਾਲ ਇਹ ਮਾੜਾ ਵੀ ਆ ਗਿਆ, ਵੀ ਭੋਗਣਾ ਪੈਣਾ। ਜਿਹੜੇ ਮਾੜੇ ਕਰਮ ਕਰਦਾ ਪਿਆ, ਇਹ ਮਤਾ ਸੋਚ ਲਾ ਵੀ ਮੈਂ ਕਰਮ ਕਰ ਲਿਆ, ਬਸ ਇਸੇ ਜਨਮ ਵਿੱਚ ਭੋਗ ਲਿਆ, ਜਾਂ ਅੱਗੇ ਅਗਲੇ ਜਨਮ ਵਿੱਚ ਭੋਗ ਲਵਾਂਗਾ। ਨਹੀਂ, ਪਤਾ ਨਹੀਂ ਉਹ ਕਿੰਨੇ ਜਨਮਾਂ ਦੀ ਖੇਡ ਹੈ, ਕਦੋਂ ਜਾ ਕੇ ਉਹ ਕਰਮ ਨਿਕਲ ਆਉਣਾ। ਪਰ ਮਹਾਰਾਜ ਇੱਥੇ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਜਦੋਂ ਰਾਮ ਦੇ ਨਾਮ ਨੂੰ ਜਪੇਗਾ, ਪਿਛਲੇ ਸਾਰੇ ਲੇਖੇ ਖਤਮ ਹੋ ਜਾਣਗੇ। ਜੇ ਕੋਈ ਪਿਛਲੇ ਜਨਮਾਂ ਦੇ ਵਿੱਚ ਤੇਰਾ ਕੋਈ ਕਰਮ ਪਿਆ ਹੋਇਆ ਨਾ ਜਿਹੜਾ ਤੂੰ ਭੋਗਣਾ, ਮਹਾਰਾਜ ਇਸ ਜਨਮ ਵਿੱਚ ਨਾਮ ਜਪੇਗਾ, ਪਿਛਲੇ ਕਰਮ ਸਾਰੇ ਖਤਮ ਹੋ ਜਾਣਗੇ। ਜਦੋਂ ਕਰਮ ਹੀ ਕੋਈ ਨਹੀਂ ਰਹਿ ਗਿਆ, ਫਿਰ ਉਹਦੇ ਲੇਖੇ ਵਾਸਤੇ ਅੱਗੇ ਨਹੀਂ ਆਉਣਾ ਪਵੇਗਾ। ਸਤਿਗੁਰ ਕੈ ਜਨਮੈ ਗਵਨ ਮਟਾਇਆ, ਗੁਰਬਾਣੀ ਦਾ ਬਚਨ ਹੈ। ਜਿਹੜਾ ਗੁਰੂ ਦੇ ਘਰ ਆ ਕੇ ਜਨਮ ਲੈ ਲੈਂਦਾ, ਉਹਦਾ ਗਵਨ ਕਹੀਏ, ਆਉਣਾ ਜਾਣਾ ਮੁੱਕ ਜਾਂਦਾ, ਖਤਮ ਹੋ ਜਾਂਦਾ। ਜਦੋਂ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਆ ਪੰਜ ਪਿਆਰੇ ਸਾਹਿਬਾਨ ਦੇ ਕੋਲੋਂ, ਪਿਛਲੇ ਸਾਰੇ ਕਰਮ ਉੱਥੇ ਖਤਮ ਹੋ ਜਾਂਦੇ, ਮਾਫ ਹੋ ਜਾਂਦੇ। ਉੱਥੋਂ ਅੱਗੇ ਫਿਰ ਨਵਾਂ ਕਰਮ ਸ਼ੁਰੂ ਹੁੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰਾਮ ਦਾ ਨਾਮ ਇਹੋ ਜਿਹਾ, ਨਾਮ ਜਪੇ ਤੋਂ ਬਿਨਾਂ ਕਰਮ ਤੂੰ ਕਿਸੇ ਜਨਮ ਵਿੱਚ ਵੀ ਕਰ ਆਇਆ। ਮਨੁੱਖਾ ਜਨਮ ਤੋਂ ਮੰਨ ਲਾ ਵੀ ਤੂੰ ਪਹਿਲਾਂ 50 ਜਨਮ ਕਿਤੇ ਪਹਿਲਾਂ ਕੋਈ ਕਰਮ ਕੀਤਾ, ਉਹ ਕਰਮ ਤੇਰੇ ਹਿੱਸੇ ਹਾਲੇ ਤੁਰਿਆ ਆਉਂਦਾ, ਭੁਗਦਾ ਪਿਆ। ਰਾਜੇ ਧ੍ਰਿਤਰਾਸ਼ਟਰ ਦੀ ਸਾਖੀ ਤੋਂ ਇਹ ਬਾਤ ਸਮਝ ਆਉਂਦੀ ਹੈ ਨਾ ਵੀ ਕਰਮ ਇੰਨੀ ਛੇਤੀ ਨਹੀਂ ਨਿਬੜ ਜਾਂਦਾ, ਕਿਉਂਕਿ ਕਰਮ ਤੇ ਅਸੀਂ ਕਈ ਕਰਦੇ ਹਾਂ ਨਾ, ਇੱਕ ਕਰਮ ਥੋੜ੍ਹੀ ਕਰਦੇ ਹਾਂ। ਤੇ ਕਈ ਕਰਮ ਭੋਗਣ ਵਾਸਤੇ ਸਮਾਂ ਵੀ ਤੇ ਲੱਗੇਗਾ ਨਾ, ਕਰਮ ਕਰਨ ਵਾਸਤੇ ਸਮਾਂ ਨਹੀਂ ਲੱਗਦਾ, ਪਰ ਕਰਮ ਭੋਗਣ ਵਾਸਤੇ ਸਮਾਂ ਜ਼ਰੂਰ ਲੱਗਦਾ, ਲੰਮਾ ਲੇਖਾ ਪੈਂਦਾ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਜਦੋਂ ਰਾਮ ਦੇ ਨਾਮ ਨੂੰ ਜਪੇਗਾ, ਪਿਛਲੇ ਸਾਰੇ ਕਰਮ ਰਾਮ ਜਪਿਆ ਖਤਮ ਹੋ ਜਾਣਗੇ। ਅਸੀਂ ਆਖਦੇ ਨਾ ਮੈਂ ਬਾਣੀ ਪੜ੍ਹਦਾ, ਮੈਂ ਨਾਮ ਜਪਦਾ, ਮੇਰਾ ਮਨ ਨਹੀਂ ਟਿਕਦਾ। ਬਾਣੀ ਤੇ ਗੁਰਮੁਖਾ ਤੂੰ ਇਸ ਜਨਮ ਵਿੱਚ ਪੜ੍ਹੀ ਹੈ, ਉਹ ਵੀ ਇੱਕ ਦੋ ਵਾਰੀ ਕਿਤੇ ਪੜ੍ਹੀ ਹੈ, ਥੋੜ੍ਹੀ ਪੜ੍ਹੀ ਹੈ, ਪਰ ਕਰਮ ਤੇ ਤੇਰੇ ਕਈ ਜਨਮਾਂ ਦੇ ਨੇ। ਜਿੰਨਾ ਚਿਰ ਉਹ ਜਨਮਾਂ ਦੇ ਕਰਮ ਨਹੀਂ ਖਤਮ ਹੁੰਦੇ, ਉਹਨਾਂ ਚਿਰ ਮਨ ਨਹੀਂ ਉਹ ਟਿਕਣਾ। ਬਾਣੀ ਪੜ੍ਹਦਾ ਰਹਿ, ਨਾਮ ਜਪਦਾ ਰਹਿ। ਨਾਮ ਜਪਦਿਆਂ ਜਪਦਿਆਂ ਕਰਮ ਖਤਮ ਹੋ ਜਾਣਗੇ, ਮਨ ਟਿਕਾਉਣ ਦੀ ਲੋੜ ਨਹੀਂ ਪੈਣੀ, ਮਨ ਆਪੇ ਟਿਕ ਜਾਣ। ਪਰ ਪਹਿਲਾਂ ਉੱਥੋਂ ਤੱਕ ਪਹੁੰਚ ਜ਼ਰੂਰ, ਉਹਨਾਂ ਸਫ਼ਰ ਤੈਅ ਕਰੇਗਾ ਤਾਂ ਗੱਲ ਬਣਨੀ ਹੈ, ਗੱਲਾਂ ਨਾਲ ਕੁਝ ਨਹੀਂ ਹੋਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਗੁਰੂ ਦੀ ਬਖਸ਼ਿਸ਼ ਹੈ, ਰਾਮ ਦੇ ਨਾਮ ਨੂੰ ਜਪ। ਇਹ ਪਾਤਸ਼ਾਹ ਜਿਹੜੇ ਪਿਛਲੇ ਜਨਮ ਜਿਨ੍ਹਾਂ ਦਾ ਲੇਖਾ ਹਾਲੇ ਵੀ ਤੇਰੇ ਕਰਮਾਂ ਵਿੱਚ ਬੈਠਾ ਹੈ, ਹਾਲੇ ਵੀ ਤੂੰ ਭੋਗਣੇ ਨੇ, ਕੁਝ ਇੱਥੇ ਭੋਗੇਗਾ, ਕੁਝ ਅੱਗੇ ਭੋਗੇਗਾ। ਗੁਰੂ ਕਿਰਪਾ ਕਰੇਗਾ, ਉਹ ਸਾਰੇ ਕਰਮ ਤੇਰੇ ਗੁਰੂ ਵਾਲਾ ਬਣਦੇ ਆ, ਪਿਛਲੇ ਕਰਮ ਖਤਮ ਹੋ ਜਾਣਗੇ। ਫਿਰ ਮਹਾਰਾਜ ਇਹੋ ਪੰਕਤੀ ਜਿਹੜੀ ਬਖਸ਼ਿਸ਼ ਕਰਦੇ ਹਨ, ਪਾਛੈ ਬਹੁਰ ਨਾ ਆਵਨ ਪਾਵੋ। ਦੂਜਾ ਬਚਨ ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਰਾਮ ਦੇ ਨਾਮ ਨੂੰ ਜਪੇਗਾ ਨਾ, ਨਾਮ ਜਪਣ ਤੋਂ ਪਿੱਛੋਂ ਫਿਰ ਦੁਨੀਆ ਵਿੱਚ ਨਹੀਂ ਆਉਣਾ ਪਵੇਗਾ। ਪਾਛੈ ਤੋਂ ਭਾਵ ਇਸ ਜਨਮ ਤੋਂ ਮਗਰੋਂ ਅਗਲਾ ਜਨਮ ਨਹੀਂ ਮਿਲੇਗਾ। ਪਰ ਕਿਵੇਂ ਨਹੀਂ ਮਿਲੇਗਾ? ਜਦੋਂ ਪ੍ਰਮਾਤਮਾ ਦੇ ਨਾਮ ਨੂੰ ਜਪੇਗਾ। ਬਹੁਰ ਹਮ ਕਾਹੇ ਆਵੇਂਗੇ, ਬੜੇ ਆਤਮ ਵਿਸ਼ਵਾਸ ਨਾਲ ਇਹ ਗੱਲ ਕਹੀ ਹੈ, ਮੈਂ ਦੁਬਾਰਾ ਨਹੀਂ ਆਉਣਾ। ਕਿਉਂ ਨਹੀਂ ਆਉਣਾ? ਕਿਉਂਕਿ ਜਿਹੜੇ ਕਰਮਾਂ ਵਾਸਤੇ ਆਉਣਾ ਸੀ ਉਹ ਕਰਮ ਮੈਂ ਖਤਮ ਕਰ ਲੈਣਾ, ਮੈਂ ਇੰਨੀ ਕਮਾਈ ਕਰ ਲਈ ਹੈ, ਹੁਣ ਦੁਬਾਰਾ ਮੈਂ ਨਹੀਂ ਆਉਣਾ, ਮੇਰਾ ਸਾਰਾ ਇੱਥੇ ਕਰਮਾਂ ਦਾ ਲੇਖਾ ਮੁੱਕ ਗਿਆ। ਨਾਮ ਨੂੰ ਜਪੇਗਾ, ਪਾਛੈ ਬਹੁਰ ਨ ਆਵਨ ਪਾਵੋ। ਇਸ ਮਨੁੱਖਾ ਜਨਮ ਤੋਂ ਪਾਛੈ ਮਗਰੋਂ ਅਗਲੇ ਜਨਮ ਵਿੱਚ ਆਉਣਾ ਨਹੀਂ ਪਵੇਗਾ। ਇਹ ਜਨਮਾਂ ਦਾ ਕਰਮ ਮੁੱਕ ਜਾਏਗਾ, ਖਤਮ ਹੋ ਜਾਏਗਾ।
ਇਹ ਦਾਤਾਂ ਤੈਨੂੰ ਪ੍ਰਾਪਤ ਹੋ ਜਾਣੀਆਂ ਹਨ। ਅੰਮ੍ਰਿਤ ਬਾਣੀ ਘਟਤੇ ਉਚਰੋ, ਆਤਮ ਕੋ ਸਮਝਾਵੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੋ ਨਾਮ ਬਾਣੀ ਹੈ, ਜੋ ਅੰਮ੍ਰਿਤ ਬਾਣੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਇਹ ਜਿਹੜੀ ਨਾਮ ਬਾਣੀ ਹੈ ਨਾ, ਇਹ ਫਿਰ ਜਦੋਂ ਆਪਣੇ ਹਿਰਦੇ ਵਿੱਚੋਂ ਜਪੇਗਾ, ਅੰਦਰੋਂ ਤੇਰੇ ਬਾਣੀ ਨਿਕਲਣ ਲੱਗ ਪਵੇਗੀ। ਗੁਰਮੁਖੋ ਨਲਕਾ ਲਾਈਏ ਨਾ ਘਰ ਦੇ ਵਿੱਚ, ਨਲਕਾ ਤੇ ਮਿਸਤਰੀ ਨੇ ਨਵਾਂ ਲਿਆ ਕੇ ਮਸ਼ੀਨ ਫਿੱਟ ਕਰ ਦਿੱਤੀ ਹੈ, ਨਵੇਂ ਪੈਪ ਪਾ ਦਿੱਤੇ, ਬੋਕੀਆਂ ਨਵੀਆਂ, ਹੈਂਡਲ ਨਵਾਂ, ਸਭ ਕੁਝ ਨਵਾਂ ਪਾਇਆ, ਪਰ ਨਵਾਂ ਨਲਕਾ ਲਾਉਂਦਿਆਂ ਪਾਣੀ ਨਹੀਂ ਕੱਢਦਾ। ਉਹਦੇ ਵਿੱਚ ਪਹਿਲਾਂ ਪਾਣੀ ਬਾਹਰੋਂ ਬਾਲਟੀ ਭਰ ਕੇ ਪਾਉਣਾ ਪੈਂਦਾ। ਮਿਸਤਰੀ ਇਹ ਗੱਲ ਕਹਿੰਦਾ, ਲਿਆਓ ਭਾਈ ਤੁਹਾਡਾ ਨਲਕਾ ਲਾਤਾ, ਬਾਲਟੀ ਪਾਣੀ ਦੀ ਲਿਆਓ, ਇਹਨੂੰ ਚਲਾਈਏ। ਹੁਣ ਮਿਸਤਰੀ ਨੂੰ ਪੁੱਛਿਆ ਜਾਵੇ ਵੀ ਮਿਸਤਰੀ ਨਲਕਾ ਨਵਾਂ ਲਾਇਆ ਤੇ ਪਾਣੀ ਲੈਣ ਵਾਸਤੇ ਤੇ ਨਲਕਾ ਲਾਇਆ, ਜੇ ਪਾਣੀ ਨਲਕੇ ਨੂੰ ਦੇਣਾ ਹੀ ਹੈ ਤੇ ਫਿਰ ਨਲਕਾ ਕਿਹੜੇ ਕੰਮ ਦਾ? ਤੇ ਮਿਸਤਰੀ ਕਹੇਗਾ ਨਹੀਂ, ਪਾਣੀ ਤੇ ਨਲਕਾ ਹੀ ਦੇਵੇਗਾ, ਪਰ ਪਹਿਲਾਂ ਪਾਣੀ ਲੈਣ ਤੋਂ ਇਹਦੇ ਵਿੱਚ ਪਾਣੀ ਪਾਉਣਾ ਪੈਣਾ, ਫਿਰ ਇਹ ਪਾਣੀ ਕੱਢੇਗਾ। ਤੇ ਫਿਰ ਉਹ ਜਿਹੜਾ ਮਿਸਤਰੀ ਹੈ ਨਾ, ਉਹ 2-4 ਜੱਗ ਪਾਣੀ ਦੇ ਉਹਦੇ ਵਿੱਚ ਪਾਉਂਦਾ, ਫਿਰ ਉਹ ਚੱਲਦਾ, ਕਹਿਣ ਲੱਗਾ ਲਓ ਵੀ ਇਹ ਹੁਣ ਪਾਣੀ ਕੱਢਦਾ ਰਹੇਗਾ। ਪਰ ਉਹ ਪਾਣੀ ਤਾਂ ਕੱਢਦਾ ਪਿਆ ਕਿਉਂਕਿ ਉਹਦੇ 'ਚ ਪਾ ਕੇ ਤੇ ਥੱਲੇ ਵਾਲਾ ਪਾਣੀ ਤਾਂ ਖਿੱਚਿਆ। ਇਸੇ ਤਰ੍ਹਾਂ ਗੁਰਮੁਖਾ ਨਾਮ ਅੰਮ੍ਰਿਤ ਤੇ ਤੇਰੇ ਅੰਦਰ ਹੀ ਹੈ, ਪਰਮਾਤਮਾ ਵੀ ਤੇਰੇ ਅੰਦਰ ਹੀ ਹੈ, ਪਰ ਅੰਦਰਲੇ ਨੂੰ ਬਾਹਰ ਕੱਢਣ ਵਾਸਤੇ ਪਹਿਲਾਂ ਬਾਹਰੋਂ ਅੰਦਰ ਪਾਉਣਾ ਪਏਗਾ। ਪਹਿਲਾਂ ਤੈਨੂੰ ਇਸ ਜ਼ੁਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਪੈਣਾ, ਤੈਨੂੰ ਬਾਣੀ ਪੜ੍ਹਨੀ ਪੈਣੀ ਹੈ, ਫਿਰ ਜਾ ਕੇ ਗੱਲ ਬਣਨੀ ਹੈ। ਅੰਦਰੋਂ ਅੰਮ੍ਰਿਤ ਤਾਂ ਬਾਹਰ ਪ੍ਰਾਪਤ ਹੋਣਾ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਜਿਹੜੇ ਸੁਣਨਗੇ ਪੜ੍ਹਨਗੇ ਕੇਵਲ ਮੋਕਸ਼ ਨੂੰ ਪ੍ਰਾਪਤ ਹੋ ਜਾਣਗੇ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਅੰਮ੍ਰਿਤ ਬਾਣੀ ਘਟ ਤੇ ਉਚਰੋ। ਇਹ ਜਿਹੜੀ ਅੰਮ੍ਰਿਤ ਬਾਣੀ ਹੈ ਨਾ, ਆਪਣੇ ਹਿਰਦੇ ਵਿੱਚੋਂ ਜਦੋਂ ਜਪੇਗਾ, ਆਤਮ ਕੋ ਸਮਝਾਵੋ, ਕਿ ਜਿਹੜਾ ਚੰਚਲ ਮਨ ਹੈ ਨਾ, ਇਹਨੂੰ ਸਮਝਾਇਆ ਕਰ ਗੁਰੂ ਦੇ ਸ਼ਬਦ ਦੇ ਨਾਲ। ਗੁਰੂ ਸ਼ਬਦ ਦਾ ਕੁੰਡਾ ਇਹਦੇ ਸਿਰ 'ਚ ਮਾਰਿਆ ਕਰ। ਹਾਥੀ ਹੈ ਨਾ ਗੁਰਮੁਖੋ, ਹਾਥੀ ਬੜੇ ਬਲ ਵਾਲਾ, ਬੜਾ ਤਾਕਤਵਰ ਹਾਥੀ ਹੈ, ਬੜਾ ਜ਼ੋਰ ਹੈ ਉਹਦੇ ਵਿੱਚ, ਪਰ ਹਾਥੀ ਦੇ ਸਿਰ ਦੇ ਉੱਪਰ ਮਹਾਵਤ ਬੈਠਾ ਹੋਇਆ, ਹੱਥ ਵਿੱਚ ਉਹਨੇ ਲੋਹੇ ਦਾ ਕੁੰਡਾ ਫੜਿਆ। ਹਾਥੀ ਮਾੜੀ ਜੀ ਗੱਲ ਨਾ ਮੰਨੇ ਤੇ ਉਹ ਕੁੰਡਾ ਮਾਰਦਾ ਉਹਦੇ ਸਿਰ ਵਿੱਚ, ਤੇ ਹਾਥੀ ਨੂੰ ਮੰਨਣਾ ਪੈਂਦਾ। ਕਹਿਣ ਲੱਗੇ ਗੁਰੂ ਦਾ ਸ਼ਬਦ ਵੀ ਤੇ ਗੁਰਮੁਖਾ ਕੁੰਡਾ ਹੀ ਹੈ, ਤੇ ਇਹ ਤੇਰਾ ਮਨ ਹਾਥੀ ਹੈ, ਜਦੋਂ ਕਿਤੇ ਆਖੇ ਨਹੀਂ ਨਾ ਲੱਗਦਾ, ਮਨ ਮਰਜ਼ੀ ਕਰਦਾ ਮਨ। ਗੁਰੂ ਦੇ ਸ਼ਬਦ ਦਾ ਕੁੰਡਾ ਮਾਰਿਆ ਕਰ, ਨਾ ਚਾਹੁੰਦਿਆਂ ਹੋਇਆਂ ਵੀ, ਨਾ ਮੰਨਦਿਆਂ ਹੋਇਆਂ ਵੀ ਮਨ ਮੰਨ ਜਾਏਗਾ। ਇਸ ਤਰ੍ਹਾਂ ਤੇਰੇ ਹੁਕਮ ਵਿੱਚ ਰਹੇਗਾ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਕਿ ਗੁਰਮੁਖਾ ਆਤਮ ਕੋ ਸਮਝਾਵੋ, ਇਹ ਜਿਹੜਾ ਚੰਚਲ ਮਨ ਹੈ ਇਹਨੂੰ ਗੁਰੂ ਸ਼ਬਦ ਦੇ ਨਾਲ ਸਮਝਾਉਣਾ ਕਰ। ਰਹਾਉ ਵਜਰ ਕੁਠਾਰ ਮੋਹੇ ਹੈ ਸੀਨਾ, ਕਰ ਮਿੰਨਤ ਲਗ ਪਾਵੋ। ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਕਹਿਣ ਲੱਗੇ, ਇਹ ਜਿਹੜਾ ਮੋਹ ਰੂਪੀ ਰੁੱਖ ਹੈ ਨਾ ਗੁਰਮੁਖੋ, ਇਹਨੂੰ ਕੱਟਣਾ ਬੜਾ ਔਖਾ। ਬੱਜਰ ਇੱਕ ਸ਼ਸਤਰ ਦਾ ਨਾਮ ਹੈ। ਬੱਜਰ ਕਿਹਾ ਜਾਂਦਾ ਵੱਡੇ ਨੂੰ, ਤਾਕਤਵਰ ਨੂੰ, ਬਲ ਵਾਲੇ ਨੂੰ। ਕਹਿਣ ਲੱਗੇ ਜਿਹੜਾ ਮੋਹ ਹੈ ਨਾ ਗੁਰਮੁਖੋ, ਇਹ ਬੜਾ ਤਾਕਤ ਵਾਲਾ ਹੈ। ਇਸ ਮੋਹ ਨੇ ਵੱਡਿਆਂ ਵੱਡਿਆਂ ਨੂੰ ਡਿੱਗਿਆ। ਮੋਹ ਕੋਈ ਨਿੱਕੀ ਚੀਜ਼ ਨਹੀਂ ਹੈ। ਆਪਾਂ ਆਖ ਦਿੰਦੇ ਮੈਨੂੰ ਤੇ ਮੋਹ ਹੈ ਹੀ ਨਹੀਂ ਪਰਿਵਾਰ ਦਾ। ਰਾਜਾ ਰਾਮਚੰਦਰ ਹੋਏ ਦੁਨੀਆ ਦੇ ਵਿੱਚ, ਰਾਮਚੰਦਰ ਜੀਆਂ ਦੇ ਪਿਤਾ ਦਾ ਨਾਮ ਦਸ਼ਰਥ ਰਾਜਾ ਹੈ। ਖਜ਼ਾਨੇ ਭਰੇ ਹੋਏ ਨੇ, ਰਾਣੀਆਂ ਕੋਲ ਨੇ, ਮਹਿਲ ਕੋਲ ਨੇ, ਫੌਜਾਂ ਕੋਲ ਨੇ। 4 ਪੁੱਤਰ ਨੇ, 4 ਪੁੱਤਰਾਂ ਦੇ ਵਿੱਚੋਂ 2 ਪੁੱਤਰ ਹਾਲੇ ਵੀ ਕੋਲ ਨੇ। ਇੱਕ ਪੁੱਤਰ ਨੂੰ ਬਨੋਵਾਸ ਮਿਲਿਆ 14 ਸਾਲ ਦਾ, ਨਾਮ ਹੈ ਰਾਮਚੰਦਰ ਜੀ। ਰਾਜੇ ਨੇ ਬਨੋਵਾਸ ਤੇ ਦਿੱਤਾ। ਜਦੋਂ ਪੁੱਤਰ ਚੱਲਿਆ ਨਾ ਮਹਿਲ ਛੱਡ ਕੇ, ਮਹਿਲ ਤੋਂ ਬਾਹਰ ਨਿਕਲਿਆ, ਉਦਾਸੀਆਂ ਵਾਲੇ ਕੱਪੜੇ ਪਾਏ, ਸੰਨਿਆਸੀਆਂ ਵਾਲੇ ਕੱਪੜੇ ਪਾਏ, ਰਾਜਕੁਮਾਰਾਂ ਵਾਲੇ ਕੱਪੜੇ ਉਤਾਰ ਦਿੱਤੇ, ਗਲ ਵਿੱਚ ਮੋਤੀਆਂ ਦੀਆਂ ਮਾਲਾ ਪਾਈਆਂ, ਉਤਾਰ ਦਿੱਤੀਆਂ, ਸੋਨੇ ਦੇ ਹਾਰ ਪਾਏ, ਉਤਾਰ ਦਿੱਤੇ।
ਬੜਾ ਸੋਹਣਾ ਜੋੜਾ ਚਰਨਾਂ ਵਿੱਚ ਪਾਇਆ, ਉਤਾਰ ਦਿੱਤਾ। ਸਭ ਕੁਝ ਲਾਹ ਕੇ ਰਾਜ ਦੇ ਲਿਬਾਸ, ਰਾਜ ਦੇ ਕੱਪੜੇ, ਸੰਨਿਆਸੀਆਂ ਸਾਧੂਆਂ ਵਾਲੇ ਕੱਪੜੇ ਪਾ ਕੇ ਪੁੱਤਰ ਮਹਿਲਾਂ ਚੋਂ ਬਾਹਰ ਨਿਕਲਿਆ। ਦਸ਼ਰਥ ਵੇਖਣਾ ਚਾਹੁੰਦਾ ਆਪਣੇ ਪੁੱਤਰ ਨੂੰ, ਭੱਜ ਕੇ ਮਹਿਲ ਦੇ ਉੱਪਰ ਚੜ੍ਹ ਗਿਆ, ਅਟਾਰੀ ਦੇ ਉੱਪਰ ਚੁਬਾਰੇ ਤੇ ਚੜ੍ਹ ਗਿਆ ਮਹਿਲ ਦੇ। ਉੱਚੀ ਥਾਂ ਤੋਂ ਦੂਰ ਤੱਕ ਪੁੱਤਰ ਨੂੰ ਜਾਂਦਿਆਂ ਵੇਖਾਂਗਾ। ਉਹੀ ਹੈ ਨਾ, ਜਿੰਨਾ ਚਿਰ ਰਾਮਚੰਦਰ ਜੀਆਂ ਦੇ ਦਰਸ਼ਨ ਹੁੰਦੇ ਰਹੇ, ਦਸ਼ਰਥ ਨੂੰ ਮਹਿਲ ਦੇ ਉੱਪਰ ਚੜ੍ਹਿਆ, ਉਹਨਾਂ ਚਿਰ ਤੇ ਹੌਕੇ ਲੈਂਦਾ ਰਿਹਾ। ਜਦੋਂ ਓਹਲੇ ਹੋ ਗਏ ਨਾ ਅੱਖਾਂ ਤੋਂ, ਉਸੇ ਮਹਿਲ ਤੋਂ ਥੱਲੇ ਛਾਲ ਮਾਰ ਕੇ ਆਪਣੇ ਜੀਵਨ ਦੀ ਲੀਲਾ ਸਮਾਪਤ ਕਰ ਲਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਇਹ ਮੋਹ ਬੜੇ ਬਲ ਵਾਲਾ ਹੈ। 4 ਪੁੱਤਰ ਨੇ ਰਾਜੇ ਦਸ਼ਰਥ ਦੇ, ਇੱਕ ਨੂੰ ਬਨਵਾਸ ਮਿਲਿਆ, ਇੱਕ ਨਾਲ ਵੈਸੇ ਹੀ ਚੱਲਿਆ ਵੀ ਮੈਂ ਤੇ ਭਰਾ ਦੇ ਨਾਲ ਜਾਣਾ। ਲੰਮਾ ਸਮਾਂ ਕੋਈ ਨਹੀਂ, 14 ਸਾਲ ਦਾ ਸਮਾਂ, ਉਹ ਵੀ ਅੱਜ ਦੇ 14 ਸਾਲ ਨਹੀਂ। ਅੱਜ ਤੇ ਆਪਣੇ ਕੋਲ ਉਮਰਾਂ ਹੀ ਸਾਰੀ 100 ਸਾਲ ਦੀ ਹੈ। 100 ਤੱਕ ਵੀ ਨਹੀਂ ਪਹੁੰਚਦੇ ਲੋਕ, 70-80 ਤੇ ਜਾ ਕੇ ਜ਼ਿੰਦਗੀ ਖਤਮ ਹੈ। 70-80 ਦੇ ਵਿੱਚੋਂ 14 ਸਾਲ ਬੜੀ ਵੱਡੀ ਗੱਲ ਮੰਨੀ ਜਾਂਦੀ ਹੈ। ਪਰ ਜਿਸ ਵੇਲੇ ਰਾਜੇ ਰਾਮਚੰਦਰ ਨੂੰ ਬਨਵਾਸ ਮਿਲਿਆ ਸੀ, ਉਸ ਵੇਲੇ ਬੰਦੇ ਦੀ ਉਮਰ 10,000 ਸਾਲ ਦੀ ਸੀ। 10,000 ਸਾਲ ਦੀ ਉਮਰਾਂ ਵਿੱਚੋਂ 14 ਸਾਲ ਮੰਨ ਲਓ, ਹਫਤਾ ਹੀ ਮੰਨ ਲਓ, ਆਪਾਂ ਆਪਣੀ ਜ਼ਿੰਦਗੀ ਦਾ ਹਫਤਾ ਮੰਨ ਲਈਏ, ਮਹੀਨਾ ਮੰਨ ਲਈਏ, ਇੰਨਾ ਕੋਈ ਲੰਮਾ ਸਮਾਂ ਆਪਾਂ ਮੰਨ ਕੇ ਚੱਲੀਏ। ਪਰ ਇੰਨਾ ਸਮਾਂ ਵੀ ਆਪਣੇ ਪੁੱਤਰ ਦਾ ਵਿਛੋੜਾ ਸਹਿ ਨਹੀਂ ਸਕਿਆ, ਸਰੀਰ ਤੇ ਆ ਗਿਆ। ਮਹਾਰਾਜ ਕਹਿਣ ਲੱਗੇ, ਇਹ ਜਿਹੜਾ ਮੋਹ ਹੈ ਨਾ, ਇਹ ਬਹੁਤ ਵੱਡਾ ਔਗਣ ਹੈ, ਬੜਾ ਵੱਡਾ ਇੱਕ ਰੁੱਖ ਹੈ, ਇਹਨੂੰ ਕੱਟਿਆ ਨਹੀਂ ਹੋ ਜਾਣਾ। ਗੱਲਾਂ ਕਰਨੀਆਂ ਸੌਖੀਆਂ, ਪਰ ਜਿਹੜੇ ਫਸੇ ਨੇ ਉਹ ਫਸ ਕੇ ਵਿੱਚ ਹੀ ਰਹਿ ਗਏ। ਪਰ ਗੁਰਮੁਖਾ ਬੱਜਰ ਕੁਠਾਰ ਮੋਹੇ ਹੈ ਸ਼ੀਨਾ, ਤੈਨੂੰ ਗੁਰੂ ਨੇ ਉਪਦੇਸ਼ ਰੂਪੀ ਕੁਹਾੜਾ ਦਿੱਤਾ। ਕੁਹਾੜੇ ਦੇ ਨਾਲ ਵੱਡੇ ਤੋਂ ਵੱਡਾ ਰੁੱਖ ਵੱਢਿਆ ਜਾ ਸਕਦਾ ਹੈ। ਕੁਹਾੜਾ ਇੱਕ ਵਾਰੀ ਵਾਰ ਕਰੇਗਾ, ਦੂਜੀ ਵਾਰੀ ਕਰੇਗਾ, ਤੀਜੀ ਵਾਰੀ ਕਰੇਗਾ, ਰੁੱਖ ਦੀਆਂ ਜੜ੍ਹਾਂ ਵੱਢ ਕੇ ਸੁੱਟ ਦੇਵੇਗਾ। ਵੱਡੇ ਤੋਂ ਵੱਡਾ ਰੁੱਖ ਵੀ ਕੁਹਾੜੇ ਦੇ ਅੱਗੇ ਖਲੋ ਨਹੀਂ ਜੇ ਸਕਦਾ। ਗੁਰੂ ਦਾ ਸ਼ਬਦ ਕੁਹਾੜਾ ਹੈ, ਉਹ ਭਾਵੇਂ ਕਿੱਡਾ ਵੀ ਵੱਡਾ ਹੋਵੇ, ਗੁਰੂ ਦੇ ਸ਼ਬਦ ਦੇ ਨਾਲ ਗੁਰਮੁਖੋਂ ਕੱਟਿਆ ਜਾਂਦਾ। ਇੱਕ ਵਾਰੀ ਆਖੀਏ ਸਤਿਨਾਮ। ਭਗਤ ਨਾਮਦੇਵ ਜੀ ਕਹਿਣ ਲੱਗੇ, ਬੱਜਰ ਕੁਠਾਰ, ਇਹ ਜਿਹੜਾ ਬੱਜਰਵੱਤ ਮੋਹ ਹੈ ਨਾ, ਮੋਹ ਰੂਪੀ ਰੁੱਖ ਹੈ, ਉਹਨੂੰ ਵੱਢਣ ਵਾਸਤੇ ਗੁਰੂ ਨੇ ਮੈਨੂੰ ਕੁਠਾਰ ਕਹੀਏ ਕੁਹਾੜਾ ਦਿੱਤਾ ਹੈ। ਇਸ ਕੁਹਾੜੇ ਦੇ ਨਾਲ ਮੈਂ ਮੋਹ ਰੂਪੀ ਰੁੱਖ ਨੂੰ ਕੱਟ ਦਿੱਤਾ ਹੈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਲਈਏ, ਬੱਜਰ ਕੁਠਾਰ, ਬੱਜਰ ਦਾ ਕੁਹਾੜਾ ਦਿੱਤਾ, ਬੜੇ ਬਲ ਵਾਲਾ, ਬੜੀ ਤਾਕਤ ਵਾਲਾ। ਇਸ ਬਲ ਵਾਲੇ ਕੁਹਾੜੇ ਦੇ ਨਾਲ ਮੈਂ ਮੋਹ ਨੂੰ ਕੱਟਿਆ ਹੈ। ਕਰ ਮਿੰਨਤ ਲੱਗ ਪਾਵੋ, ਜਿਹੜੇ ਪਾਵੋ ਪਾਵ ਨੇ ਨਾ ਚਰਨ, ਉਹਨਾਂ ਚਰਨਾਂ ਦੇ ਨਾਲ ਮੈਂ ਤਾਂ ਜੁੜਿਆ ਕਿਉਂਕਿ ਮੈਂ ਬੇਨਤੀਆਂ ਕੀਤੀਆਂ। ਮਿੰਨਤ ਤੋਂ ਭਾਵ ਹੁੰਦਾ ਬੇਨਤੀ ਕੀਤੀ। ਮੈਂ ਗੁਰੂ ਅੱਗੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰੇ ਉਪਾਵੋ, ਡੁੱਬਦੇ ਪੱਥਰ ਤਾਰੇ। ਇਹ ਬੇਨਤੀਆਂ ਕੀਤੀਆਂ, ਉਹ ਬੇਨਤੀਆਂ ਪ੍ਰਵਾਨ ਹੋਈਆਂ ਤੇ ਮੈਨੂੰ ਗੁਰੂ ਨੇ ਚਰਨਾਂ ਦੇ ਨਾਲ ਲਾ ਲਿਆ। ਗੁਰਮੁਖਾ, ਜੇ ਤੂੰ ਮੋਹ ਕੱਟਣਾ ਚਾਹੁੰਦਾ ਤੇ ਗੁਰੂ ਦੇ ਕੋਲੋਂ ਸ਼ਬਦ ਰੂਪੀ ਕੁਹਾੜਾ ਲੈ ਲਾ। ਜੇ ਤੂੰ ਵੀ ਮੇਰੇ ਵਾਂਗੂ ਜੁੜਨਾ ਚਾਹੁੰਦਾ ਗੁਰੂ ਦੇ ਨਾਲ, ਤੇ ਤੂੰ ਵੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਬੇਨਤੀਆਂ ਕਰ, ਅਰਜ਼ੋਈਆਂ ਕਰ, ਤਰਲੇ ਕਰ। ਮੇਲ ਲਹਿਓ ਦਇਆਲ, ਪੈ ਟਹਿ ਪੈ ਦੁਆਰਿਆ, ਰੱਖ ਲੇਵੋ ਦੀਨ ਦਿਆਲ, ਭ੍ਰਮਤ ਬਹੁਹਾਰਿਆ। ਇਹ ਬੇਨਤੀ ਕਰ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਇਹ ਬੇਨਤੀ ਕਰ।
ਜਦੋਂ ਇਹ ਬੇਨਤੀਆਂ ਕਰੇਗਾ ਫਿਰ ਗੁਰੂ ਜੋੜ ਲੈਂਦਾ ਹੈ। ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ। ਭਗਤ ਨਾਮਦੇਵ ਜੀ ਕਹਿਣ ਲੱਗੇ, ਜਿਨ੍ਹਾਂ ਸੰਤਾਂ ਨੇ ਸੰਸਾਰ ਵੱਲੋਂ ਮਨ ਨੂੰ ਉਲਟਾਇਆ ਹੈ, ਸਾਡਾ ਮਨ ਤੇ ਸੰਸਾਰ ਵੱਲੇ ਹੀ ਹੈ। ਸੰਸਾਰ ਦਾ ਦੁੱਖ, ਸੰਸਾਰ ਦਾ ਸੁੱਖ, ਸੰਸਾਰ ਦੀ ਹਉਮੈ, ਸੰਸਾਰ ਦੀ ਮਾਇਆ, ਸੰਸਾਰ ਦੇ ਪਦਾਰਥ, ਸੰਸਾਰ ਵਿੱਚੋਂ ਜੈ ਜੈਕਾਰ, ਸੰਸਾਰ ਦੀ ਸਿਆਣਪ ਚਤੁਰਾਈ, ਸਾਡਾ ਮਨ ਇੱਧਰ ਹੀ ਹੈ। ਪਰ ਜਿਹੜੇ ਰੱਬ ਦੇ ਪਿਆਰੇ ਭਗਤ ਸੰਤ ਨੇ ਨਾ, ਉਹਨਾਂ ਨੇ ਆਪਣਾ ਮਨ ਉਲਟਾਇਆ ਹੋਇਆ। ਨਾ ਉਹਨਾਂ ਨੂੰ ਸੰਸਾਰ ਦੀ ਜਿਹੜੀ ਚਤੁਰਾਈ ਚਾਹੀਦੀ ਹੈ, ਨਾ ਚਲਾਕੀ ਚਾਹੀਦੀ ਹੈ, ਨਾ ਪ੍ਰਭਤਾ ਚਾਹੀਦੀ ਹੈ, ਨਾ ਵਡਿਆਈ ਚਾਹੀਦੀ, ਕੁਝ ਨਹੀਂ ਚਾਹੀਦਾ। ਇੱਧਰੋਂ ਉਲਟਾ ਕੇ ਮਨ ਪਰਮੇਸ਼ਰ ਦੇ ਨਾਮ ਦੇ ਵੱਲ ਲਾਇਆ। ਕਹਿਣ ਲੱਗੇ, ਐਸੇ ਜਿਹੜੇ ਸੰਤ ਨੇ, ਜਿਨ੍ਹਾਂ ਸੰਤਾਂ ਨੇ ਆਪਣਾ ਮਨ ਉਲਟਾਇਆ ਹੋਇਆ ਹੈ, ਉਹਨਾਂ ਸੰਤਾਂ ਦੇ ਅਸੀਂ ਸੇਵਕ ਬਣੇ ਆ। ਉਹਨਾਂ ਦੇ ਸੇਵਕ ਬਣ ਕੇ ਅਸੀਂ ਨਾਮ ਦੀ ਕਮਾਈ ਕਰਦੇ ਪਏ। ਸਾਨੂੰ ਨਾਮ ਦੀ ਕਮਾਈ ਪ੍ਰਾਪਤ ਹੋ ਰਹੀ ਹੈ, ਪਰ ਇਹ ਕਮਾਈ ਤਾਂ ਪ੍ਰਾਪਤ ਹੋ ਰਹੀ ਹੈ ਗੁਰਮੁਖਾ, ਕਿਉਂਕਿ ਅਸੀਂ ਉਹਨਾਂ ਦੇ ਸੇਵਕਾਂ ਦੇ, ਸੰਤਾਂ ਦੇ ਸੇਵਕ ਬਣੇ ਹਾਂ, ਚਰਨਾਂ ਦੇ ਨਾਲ ਜੁੜੇ। ਫਿਰ ਇਹੋ ਪੰਕਤੀ ਨੂੰ ਬਖਸ਼ਿਸ਼ ਕਰਦੇ ਹਨ। ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ। ਜਦੋਂ ਸੰਤਾਂ ਦੇ ਚਰਨਾਂ ਦੇ ਨਾਲ ਲੱਗੇ, ਫਿਰ ਸਾਡਾ ਮਨ ਵੀ ਉਲਟ ਪਿਆ ਸੰਸਾਰ ਵੱਲੋਂ। ਜਦੋਂ ਮਨ ਉਲਟਿਆ, ਫਿਰ ਅਸੀਂ ਵੀ ਸੰਤਾਂ ਦੇ ਵਾਂਗ ਪਰਮੇਸ਼ਰ ਨਾਲ ਹੀ ਜੁੜ ਗਏ। ਕਿਉਂਕਿ ਜਨ ਪਰ ਉਪਕਾਰੀ ਆਏ, ਰੱਬ ਦੇ ਪਿਆਰੇ ਆਉਂਦੇ ਹੀ ਪਰਉਪਕਾਰ ਕਰਨ ਵਾਸਤੇ। ਉਹਨਾਂ ਦਾ ਆਪਣਾ ਮਨ ਤੇ ਉਲਟਿਆ ਹੋਇਆ ਸੰਸਾਰ ਵੱਲੋਂ, ਮੁੜਿਆ ਹੋਇਆ। ਜਿਹੜਾ ਸ਼ਰਨ ਵਿੱਚ ਆਉਂਦਾ ਉਹਦਾ ਮਨ ਵੀ ਮੋੜ ਦਿੰਦੇ, ਉਹਦਾ ਮਨ ਵੀ ਪਰਮੇਸ਼ਰ ਨਾਲ ਜੋੜ ਦਿੰਦੇ। ਕਹਿਣ ਲੱਗੇ, ਜਿਹੜੇ ਸੰਤ ਨੇ, ਅਸੀਂ ਉਹਨਾਂ ਸੰਤਾਂ ਦੇ ਨਾਲ ਤਾਂ ਜੁੜੇ ਹਾਂ, ਅਸੀਂ ਆਪਣੇ ਮਨ ਨੂੰ ਉਲਟਾ ਲਿਆ ਹੈ, ਸੇਵਕ ਬਣ ਗਏ। ਭਗਤਨ ਤੇ ਡਰ ਪਾਵੋ, ਜਿਹੜੇ ਭਗਤ ਨੇ ਨਾ, ਸੰਤ, ਉਹਨਾਂ ਦੇ ਕੋਲੋਂ ਸਾਡਾ ਮਨ ਬੜਾ ਡਰਦਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਜਿਹੜੇ ਸੇਵਕ ਨੇ, ਉਹਨਾਂ ਦੇ ਉੱਪਰ ਕਿਰਪਾ ਸੰਤ ਨਾਲੋਂ ਵੀ ਵੱਡੀ ਹੈ। ਉਹ ਵੱਡੀ ਮਹਿਮਾ ਦੇ ਮਾਲਕ ਨੇ। ਕਿਸੇ ਵਿਦਵਾਨ ਨੇ ਬੜਾ ਸੋਹਣਾ ਬਚਨ ਲਿਖਿਆ ਸਮਝਾਉਣ ਵਾਸਤੇ ਵੀ ਭਗਤ ਕਿਵੇਂ ਵੱਡਾ ਹੈ। ਕਹਿਣ ਲੱਗੇ, ਹਰ ਜੀ ਸੇ ਹਰ ਜਨ ਵੱਡੇ, ਯਹੀ ਕਹਿਤ ਭਗਵਾਨ। ਰੱਬ ਦੇ ਨਾਲੋਂ ਰੱਬ ਦਾ ਭਗਤ ਵੱਡਾ ਹੈ। ਇਹ ਭਗਵਾਨ ਨੇ ਵੀ ਇਹ ਗੱਲ ਕਹੀ ਹੈ, ਅਵਤਾਰ ਨੇ ਵੀ ਇਹ ਗੱਲ ਕਹੀ ਹੈ। ਹਰ ਜੀ ਸੇ ਹਰ ਜਨ ਵੱਡੇ, ਯਹੀ ਨੇਤ ਭਗਵਾਨ। ਭਗਵਾਨ ਦੀ ਇਹ ਨੇਤ ਹੈ, ਰੱਬ ਦੇ ਨਾਲੋਂ ਰੱਬ ਦਾ ਭਗਤ ਵੱਡਾ ਹੈ। ਕਿਵੇਂ ਵੱਡਾ ਹੈ? ਸਮਝਾਉਣ ਵਾਸਤੇ ਬਚਨ ਕਰਦੇ, ਰਾਮ ਗਏ ਪੁਲ ਬਾਂਧ ਕੇ, ਊਦ ਕਰੇ ਹਨੂਮਾਨ। ਕਹਿਣ ਲੱਗੇ, ਜਦੋਂ ਰਾਮ ਜੀ ਨੇ ਜਾਣਾ ਸੀ ਨਾ ਲੰਕਾ ਦੇ ਵਿੱਚ, ਤੇ ਰਾਮ ਜੀ ਨੂੰ ਜਾਣ ਵਾਸਤੇ ਪੁਲ ਬਣਾਉਣਾ ਪਿਆ, ਪਰ ਹਨੂਮਾਨ ਨੂੰ ਪੁਲ ਬਣਾਉਣ ਦੀ ਲੋੜ ਨਹੀਂ ਪਈ। ਉਹਨੇ ਛਾਲ ਮਾਰੀ ਤੇ ਲੰਕਾ ਪਹੁੰਚ ਗਿਆ, ਕਿਉਂਕਿ ਉਹ ਉੱਡ ਲੈਂਦਾ, ਉਹ ਪਵਨ ਪੁੱਤਰ ਹੈ, ਹਵਾ ਦੇ ਵਿੱਚ ਉਹ ਵਿਚਰ ਲੈਂਦਾ। ਰਾਮ ਜੀ ਨੂੰ ਜਾਣ ਵਾਸਤੇ ਪੁਲ ਬੰਨਣਾ ਪਿਆ, ਪਰ ਰਾਮ ਦੇ ਭਗਤ ਨੂੰ ਜਾਣ ਵਾਸਤੇ ਪੁਲ ਦੀ ਵੀ ਲੋੜ ਨਹੀਂ, ਉਹ ਬਿਨਾਂ ਪੁਲ ਤੋਂ ਹੀ ਉੱਥੇ ਪਹੁੰਚ ਜਾਂਦਾ। ਰੱਬ ਦੇ ਨਾਲੋਂ ਰੱਬ ਦਾ ਸੇਵਕ ਜ਼ਿਆਦੀ ਮਹਿਮਾ ਦਾ ਮਾਲਕ ਹੋਇਆ ਨਾ। ਭਗਵਾਨ ਦੇ ਨਾਲੋਂ ਭਗਵਾਨ ਦਾ ਚੇਲਾ ਫਿਰ ਜ਼ਿਆਦੀ ਮਹਿਮਾ ਦਾ ਮਾਲਕ ਹੋਇਆ ਨਾ। ਪੁਲ ਤੇ ਉਦੋਂ ਬੱਧਾ ਹੈ ਜਦੋਂ ਫੌਜ ਲੈ ਕੇ ਪਾਰ ਹੋਣਾ ਹੈ, ਪਰ ਪੁਲ ਬੰਨਣ ਤੋਂ ਪਹਿਲਾਂ ਵੀ ਤੇ ਰਾਮ ਜੀ ਹਨੂਮਾਨ ਦੇ ਹੱਥ ਕਈ ਸੁਨੇਹੇ ਜਿਹੜੇ ਸਨ ਲੰਕਾ ਦੇ ਵਿੱਚ ਸੀਤਾ ਨੂੰ ਭੇਜਦੇ ਰਹੇ, ਉਦੋਂ ਕਿਹੜਾ ਪੁਲ ਬੱਧਾ ਹੈ। ਕਹਿਣ ਲੱਗੇ, ਰੱਬ ਦੇ ਨਾਲੋਂ ਤੇ ਰੱਬ ਦੇ ਪਿਆਰੇ ਦੀ ਮਹਿਮਾ ਬਹੁਤੀ ਹੈ। ਇਹ ਸ਼ਾਸਤਰਾਂ ਦੇ ਵਿੱਚ ਬਚਨ ਲਿਖੇ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ, ਭਗਤਾਂ ਦੇ ਕੋਲੋਂ ਗੁਰਮੁਖਾਂ ਨੂੰ ਡਰ ਆਉਂਦਾ ਹੈ, ਕਿਉਂਕਿ ਭਗਤ ਦਾ ਬਚਨ ਪੂਰਾ ਹੁੰਦਾ ਹੈ। ਇਹ ਸੰਸਾਰ ਤੇ ਤਬ ਹੀ ਛੂਟੋ, ਜੋ ਮਾਇਆ ਨਹਿ ਲਪਟਾਵੋ। ਭਗਤ ਜੀ ਕਹਿਣ ਲੱਗੇ, ਸੰਸਾਰ ਤੋਂ ਛੁੱਟੋਗੇ ਤਾਂ ਜੇ ਮਾਇਆ ਵਿੱਚ ਲੰਪਟ ਨਹੀਂ ਹੋਵੋਗੇ, ਲੁਭਾਏਮਾਨ ਨਹੀਂ ਹੋਵੋਗੇ, ਗਰਸੇ ਨਹੀਂ ਜਾਓਗੇ, ਫੜੇ ਨਹੀਂ ਜਾਓਗੇ। ਪਰ ਇਹ ਤਾਂ ਹੋ ਸਕਦਾ ਗੁਰਮੁਖੋ ਜੇ ਗੁਰੂ ਕਿਰਪਾ ਕਰੇ,
ਨਹੀਂ ਤੇ ਮਾਇਆ ਨਾ ਕਿਸੇ ਬੰਨਿਓ ਪ੍ਰਭਾਵ ਪਾ ਹੀ ਲੈਂਦੀ ਹੈ, ਕਿਸੇ ਨਾ ਕਿਸੇ ਬੰਨਿਓ ਖਿੱਚ ਹੀ ਲੈਂਦੀ ਹੈ। ਤਾਕਤਵਰ ਇੰਨੀ ਹੈ ਵੀ ਬੰਦੇ ਦਾ ਜ਼ੋਰ ਕੋਈ ਨਹੀਂ ਉੱਥੇ ਹੁੰਦਾ। ਪਰ ਜੇ ਗੁਰੂ ਕਿਰਪਾ ਕਰੇ ਤੇ ਕਹਿਣ ਲੱਗੇ ਫਿਰ ਇਸ ਤੋਂ ਬਚਿਆ ਜਾ ਸਕਦਾ ਹੈ। ਮਾਇਆ ਨਾਮ ਗਰਭ ਜੋਨ ਕਾ ਤਹਿ ਤਜ ਦਰਸ਼ਨ ਪਾਵੋ। ਭਗਤ ਨਾਮਦੇਵ ਜੀ ਕਹਿਣ ਲੱਗੇ ਜਿਹੜੀ ਮਾਇਆ ਹੈ ਨਾ ਗੁਰਮੁਖੋ, ਇਹ ਮਾਤਾ ਦੀ ਜਿਹੜੀ ਗਰਭ ਜੋਨੀ ਹੈ ਨਾ, ਇਹ ਗਰਭ ਜੋਨੀ ਹੀ ਕਰਨ ਮਾਇਆ ਹੈ। ਕਾਰਨ ਮਾਇਆ ਇਸ ਨੂੰ ਕਿਹਾ ਜਾਂਦਾ ਹੈ। ਗਰਭ ਜੋਨੀ ਵਾਰ-ਵਾਰ ਜਨਮਾਂ ਵਿੱਚ ਆਉਣਾ, ਇਸ ਨੂੰ ਕਿਹਾ ਜਾਂਦਾ ਕਾਰਨ ਮਾਇਆ, ਜਿਹਦੇ ਵਾਸਤੇ ਜਨਮ ਲਿਆ। ਕਾਰਨ ਕਹੀਏ ਕੰਮ, ਇੱਕ ਕਰਮ ਕੀਤਾ ਉਹਦਾ ਫਲ ਭੋਗਣ ਵਾਸਤੇ, ਦੂਜਾ ਕਰਮ ਕੀਤਾ ਉਹਦਾ ਫਲ ਭੋਗਣ ਵਾਸਤੇ। ਤੇ ਕਹਿਣ ਲੱਗੇ ਇਸ ਕਰਮ ਨੂੰ ਛੱਡ ਕੇ ਭਗਤਨ ਤਜ ਦਰਸ਼ਨ ਪਾਵੋ। ਦਰਸ਼ਨ ਕਰ ਗੁਰੂ ਦਾ, ਦਰਸ਼ਨ ਕਰ ਸੰਗਤ ਦਾ, ਦਰਸ਼ਨ ਕਰ ਸਾਧੂ ਦਾ, ਤੇਰਾ ਭਲਾ ਹੋ ਜਾਣਾ ਹੈ। ਇਤ ਕਰ ਭਗਤ ਕਰੇ ਜੋ ਜਨ ਤਿਨ ਪਉ ਸਗਲ ਚੁਕਾਈਐ। ਭਾਈ ਇਸ ਤਰ੍ਹਾਂ ਜਿਹਨੇ ਭਗਤੀ ਕੀਤੀ ਹੈ, ਵਿਰਕਤ ਹੋ ਕੇ ਜਿਹਨੇ ਭਗਤੀ ਕੀਤੀ ਹੈ, ਉਹਦੇ ਸਾਰੇ ਡਰ ਖਤਮ ਹੋ ਜਾਂਦੇ, ਡਰ ਉਹਦੇ ਰਹਿ ਨਹੀਂ ਜਾਂਦੇ ਹਨ। ਕਹਿਤ ਨਾਮ ਦਿਓ ਬਾਹਰ ਕਿਆ ਭਰਮੋ, ਇਹ ਸੰਜਮ ਹਰ ਪਾਈਐ। ਭਗਤ ਨਾਮਦੇਵ ਜੀ ਕਹਿਣ ਲੱਗੇ ਬਾਹਰ ਕਿੱਧਰ ਭਰਮਦੇ ਫਿਰਦੇ ਹੋ? ਜੰਗਲਾਂ ਦੇ ਵਿੱਚ, ਪਹਾੜਾਂ ਦੀਆਂ ਕੰਦਰਾਂ ਦੇ ਵਿੱਚ, ਗੁਫਾਵਾਂ ਦੇ ਵਿੱਚ ਕਿੱਧਰ ਚੱਕਰ ਲਾਉਂਦੇ ਪਏ ਹੋ? ਚੱਕਰ ਲਾ ਕੇ ਪਰਮੇਸ਼ਰ ਨਹੀਂ ਮਿਲਦਾ। ਲਾਟੂ ਮਾਧਾਨੀਆਂ ਅਨਗਾਹ ਪੰਖੀ ਭੌਂਦੀਆਂ ਲੈਣ ਨਾ ਸਾ। ਜੇ ਘੁੰਮ ਕੇ ਰੱਬ ਮਿਲਦਾ ਹੋਵੇ ਤੇ ਲਾਟੂ ਵੀ ਘੁੰਮਦਾ, ਗੱਡੀਆਂ ਦੇ ਚੱਕੇ ਵੀ ਘੁੰਮਦੇ ਨੇ, ਘੁਮਿਆਰ ਦਾ ਚੱਕ ਵੀ ਘੁੰਮਦਾ, ਹਵਾ ਦੇਣ ਵਾਲੇ ਪੱਖੇ ਵੀ ਘੁੰਮਦੇ ਨੇ। ਜੇ ਘੁੰਮਿਆ ਰੱਬ ਮਿਲੇ ਤੇ ਪਹਿਲਾਂ ਇਹਨਾਂ ਨੂੰ ਮਿਲ ਜਾਂਦਾ, ਨਹੀਂ ਘੁੰਮਿਆ ਉਹਦੀ ਪ੍ਰਾਪਤੀ ਨਹੀਂ ਹੈ। ਕਹਿਤ ਨਾਮ ਦਿਓ ਬਾਹਰ ਕਿਆ ਭਰਮੋ, ਬਾਹਰ ਜੰਗਲਾਂ ਵਿੱਚ ਕੀ ਭਰਮਦੇ ਫਿਰਦੇ ਹੋ, ਚੱਕਰ ਲਾਉਂਦੇ ਫਿਰਦੇ ਹੋ? ਇਹ ਸੰਜਮ ਹਰ ਜੀਐ ਪਾਈਐ, ਹਰ ਜੀਓ ਪਾਈਐ। ਸੰਜਮ ਕਰ ਲਾ ਆਪਣੇ ਘਰ ਦੇ ਵਿੱਚ, ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰ ਲਾ, ਤੈਨੂੰ ਪਰਮਾਤਮਾ ਘਰੋਂ ਹੀ ਮਿਲ ਜਾਣਾ ਹੈ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਘਰੇ ਬੈਠਾ ਹੀ ਧਿਆਏਗਾ ਤੇ ਪ੍ਰਾਪਤੀ ਹੋ ਜਾਏਗੀ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਦਿਓ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਵੇਰ ਦੇ ਦੀਵਾਨ ਦਾ ਸਮਾਂ 15 ਮਿੰਟ ਵਾਸਤੇ ਬਦਲਿਆ ਗਿਆ ਹੈ। ਮੌਸਮ ਦੇ ਹਿਸਾਬ ਦੇ ਨਾਲ ਹੁਣ 6:45 ਵਜੇ ਕਥਾ ਪ੍ਰਾਰੰਭ ਹੁੰਦੀ ਹੈ। ਮਹਾਰਾਜ ਦੇ ਪ੍ਰਕਾਸ਼ ਵੀ ਸਵੇਰੇ ਅੰਮ੍ਰਿਤ ਵੇਲੇ 4 ਵਜੇ ਹੋਣ ਲੱਗ ਪਏ ਹਨ। ਇਹ ਸਮਾਂ ਆਪ ਸੰਗਤਾਂ ਨੇ ਨੋਟ ਕਰਨਾ। ਅਤੇ ਸ਼ਾਮ ਨੂੰ ਵੀ ਹੁਣ ਰਹਿਰਾਸ ਸਾਹਿਬ ਜੀ ਦੇ ਪਾਠ ਅੱਜ ਤੋਂ 5:30 ਵਜੇ ਤੋਂ ਸ਼ੁਰੂ ਹੋਇਆ ਕਰਨਗੇ। ਪਹਿਲਾਂ ਪਾਠ 5 ਵਜੇ ਹੋਇਆ ਕਰਦੇ ਸਨ। ਅੱਧੇ ਘੰਟੇ ਦਾ ਸਮਾਂ ਸ਼ਾਮ ਦਾ ਵੀ ਬਦਲਿਆ ਹੈ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।